ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਮੋਦੀ ਸਰਕਾਰ ਖਿਲਾਫ ਬੇਭਰੋਸਗੀ ਮਤਾ ਪਾਸ। ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਉੱਘੇ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਜੀ, ਤੁਹਾਡਾ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਹਮੀਰ ਜੀ, ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਸੰਘਰਸ਼ ਨੂੰ ਜਿਹੜਾ ਹੈਗਾ 8.5 ਮਹੀਨੇ ਤੋਂ ਵੱਧ ਦਾ ਸਮਾਂ ਬੀਤ ਚੁੱਕਿਆ ਹੈ ਤੇ ਕਿਸਾਨ ਜਥੇਬੰਦੀਆਂ ਵੱਲੋਂ ਜਿੱਥੇ ਆਪਣੇ ਤੀਜ ਤਿਉਹਾਰ ਦਿੱਲੀ ਦੀ ਬਰੂਹਾਂ ਤੇ ਮਨਾਏ ਜਾ ਰਹੇ ਨੇ, ਉੱਥੇ ਹੀ ਮੌਨਸੂਨ ਜਿਹੜੇ ਸੰਸਦ ਦੇ ਮੌਨਸੂਨ ਸੈਸ਼ਨ ਦੇ ਬਰਾਬਰ ਕਿਸਾਨਾਂ ਵੱਲੋਂ ਕਿਸਾਨ ਸੰਸਦ ਚਲਾਈ ਜਾ ਰਹੀ। ਉਸ ਵਿੱਚ ਕਿਸਾਨ ਜਥੇਬੰਦੀਆਂ ਦੇ ਆਗੂ ਹਿੱਸਾ ਲੈ ਰਹੇ ਨੇ, ਉੱਥੇ ਹੀ ਔਰਤ ਕਿਸਾਨ ਆਗੂ ਵੀ ਜਿਹੜੇ ਨੇ ਸ਼ਮੂਲੀਅਤ ਕਰ ਰਹੇ ਨੇ। ਅੱਜ ਜਿਹੜਾ ਹੈਗਾ ਔਰਤ ਕਿਸਾਨ ਆਗੂਆਂ ਨੇ ਜਿਹੜਾ ਹੈਗਾ ਕਿਸਾਨ ਸੰਸਦ ਦੀ ਜਿਹੜੀ ਬਾਗਡੋਰ ਹੈ ਉਹ ਸਾਂਭ ਕੇ ਰੱਖੀ ਹੈ। ਇਸ ਦੇ ਨਾਲ ਹੀ ਅਸੀਂ ਜਾਣਨਾ ਚਾਹਾਂਗੇ ਕਿਸਾਨ ਸੰਸਦ ਦੇ ਵਿੱਚ ਮੋਦੀ ਸਰਕਾਰ ਦੇ ਖਿਲਾਫ ਜਿਹੜਾ ਬੇਭਰੋਸਗੀ ਮਤਾ ਪਾਸ ਕੀਤਾ ਗਿਆ ਉਹਦੇ ਪਿੱਛੇ ਕੀ ਤੱਥ ਰਹੇ ਨੇ, ਕੀ ਦਲੀਲਾਂ ਰਹੀਆਂ ਨੇ, ਉਸ ਬਾਰੇ ਸਾਡੇ ਨਾਲ ਸਾਂਝਾ ਕਰੋ। ਅੱਜ ਦੇ ਦਿਨ ਜਿਹੜਾ ਹੈ 9 ਅਗਸਤ 1942 ਨੂੰ ਭਾਰਤ ਛੱਡੋ ਅੰਦੋਲਨ ਦਾ ਵੀ ਇੱਕ ਸੱਦਾ ਦਿੱਤਾ ਗਿਆ ਸੀ ਮਹਾਤਮਾ ਗਾਂਧੀ ਦੀ ਅਗਵਾਈ 'ਚ ਕਾਂਗਰਸ ਵੱਲੋਂ, ਕਿਉਂਕਿ ਉਹ ਨਿਰਣਾਇਕ ਲੜਾਈ ਸੀ ਕਿ ਹੁਣ ਲੜਾਈ ਇਹੀ ਹੈ ਕਿ ਜਾਓਗੇ, ਜਿਹੜਾ ਇੱਕ ਸੱਦਾ ਸੀ ਅਸਲ 'ਚ ਉਹਦੇ ਨਾਲ ਮੈਚ ਕਰਕੇ ਹੀ ਅੱਜ ਦਾ ਦਿਨ ਇਹਨਾਂ ਨੇ ਇਸ ਗੱਲ ਦੇ ਨਾਲ ਜੋੜਿਆ। ਜਿਵੇਂ ਮਤਲਬ ਰਣਨੀਤੀ ਬਣਾਈ ਕਿਸਾਨ ਅੰਦੋਲਨ ਨੇ ਅਤੇ ਉਹਨਾਂ ਨੇ 13 ਤੱਕ ਮੰਗਿਆ ਸੀ, ਹਾਲਾਂਕਿ ਕਿ ਅਸੀਂ ਜਿੰਨੇ ਦਿਨ ਪਾਰਲੀਮੈਂਟ ਦਾ ਸੈਸ਼ਨ ਚੱਲੂ ਉਨੇ ਦਿਨ ਇਹ ਆਪਣਾ ਪੈਰਲਲ ਸੰਸਦ ਚਲਾਵਾਂਗੇ, ਮਤਵਾਜੀ ਸੰਸਦ। ਪਰ ਉਹਨਾਂ ਨੇ ਕਿਹਾ 9 ਤਰੀਕ ਤੱਕ ਚਲਾ ਲਓ ਅਤੇ ਬਾਕੀ ਕੱਲ੍ਹ ਤੋਂ ਬਾਅਦ ਕਿਸਾਨ ਜਾਣਗੇ ਕਿੱਥੇ ਰੁਕਦੇ ਨੇ ਕਿੱਥੇ ਨਹੀਂ। ਮਤਲਬ ਸੰਸਦ ਨਹੀਂ, ਸੰਸਦ ਦਾ ਅਜਲਾਸ ਸੀ ਜਿਹੜਾ ਕਿਸਾਨ ਸੰਸਦ ਦਾ ਸੀ। ਇਸੇ ਸਟ੍ਰੈਟਜੀ ਦੇ ਵਿੱਚੋਂ ਪਹਿਲਾਂ ਵੀ ਇਹ ਪੂਰੇ ਦਿਨਾਂ ਦੇ ਦੌਰਾਨ ਉਹਨਾਂ ਨੇ 2 ਵਾਰ, ਅੱਜ ਦੂਜੀ ਵਾਰ ਸੀ ਕਿ ਔਰਤਾਂ ਸੀ ਸੰਸਦ ਚਲਾਉਣਗੀਆਂ ਅਤੇ ਅੱਜ ਐਡਜੋਰਨਮੈਂਟ ਮੋਸ਼ਨ ਪੇਸ਼ ਕੀਤਾ ਜਾਣਾ। ਪਹਿਲਾਂ ਜਿਵੇਂ 3 ਕਾਨੂੰਨ ਪੇਸ਼ ਕੀਤੇ, ਉਹਨਾਂ 'ਤੇ ਚਰਚਾ ਹੋਈ, ਉਹ ਪਾਸ ਉਹਨਾਂ ਦੇ ਖਿਲਾਫ ਪਾਸ ਕੀਤਾ। ਫਿਰ MSP 'ਤੇ ਖਰੀਦ ਦੀ ਗਰੰਟੀ ਦੇ ਮਾਮਲੇ ਦੇ ਵਿੱਚ ਵੀ ਫਿਰ ਉਹਨਾਂ ਨੇ ਕੁਝ ਅਰਥ ਸ਼ਾਸਤਰੀਆਂ ਨੂੰ ਵੀ ਔਰ ਬਿਊਰੋਕਰੇਟਾਂ ਨੂੰ ਵੀ ਸਾਰਿਆਂ ਨੂੰ ਕੋਸ਼ਿਸ਼ ਕੀਤੀ ਉਸ ਪੱਧਰ ਦੇ ਉੱਤੇ। ਔਰ ਅੱਜ ਬੇਭਰੋਸਗੀ ਦਾ ਮਤਾ ਸੀ, ਔਰ ਬੇਭਰੋਸਗੀ ਦਾ ਮਤਾ ਗੌਰਮੈਂਟਾਂ ਦੇ ਖਿਲਾਫ ਉਦੋਂ ਆਉਂਦਾ। ਵੈਸੇ ਤਾਂ ਕਾਨੂੰਨੀ ਤੌਰ 'ਤੇ ਬੇਭਰੋਸਗੀ ਦਾ ਮਤਾ ਆਪੋਜੀਸ਼ਨ ਲਿਆ ਰਹੀ ਹੈ। ਅੱਜ ਜੇਕਰ ਗੱਲ ਕਰੀਏ ਆਪਾਂ, ਅੱਜ ਖਬਰਾਂ ਛਪੀਆਂ ਨੇ ਸ਼ਸ਼ੀ ਥਰੂਰ ਜਿਹੜਾ ਕਾਂਗਰਸ ਦਾ MP ਹੈ, ਉਹਨੇ ਕਿਹਾ ਵਿਰੋਧੀ ਪਾਰਟੀਆਂ ਨੂੰ ਕਿ ਹੁਣ ਜਦੋਂ ਅਸੀਂ ਇੰਨਾ ਚਿਰ ਤੋਂ ਰੌਲਾ ਪਾ ਰਹੇ ਹਾਂ, ਅਸੀਂ ਐਡਜੋਰਨਮੈਂਟ ਮੋਸ਼ਨ ਵੀ ਦੇਤੇ, ਜਿਹੜਾ ਕੰਮ ਰੋਕੋ ਪ੍ਰਸਤਾਵ, ਇੰਨਾ ਰੌਲਾ ਵੀ ਪਾ ਲਿਆ ਬਿੱਲ ਦੇ ਵਿੱਚ ਜਾ ਕੇ ਬਾਕੀ। ਔਰ ਉਹਦੇ 'ਚ ਇੱਕ ਗੱਲ ਹੋਰ ਵੀ ਉੱਭਰ ਕੇ ਸਾਹਮਣੇ ਆਈ ਹੈ ਕਿ ਜੀ ਦੇਖੋ ਜਿਹੜਾ ਲੋਕ ਸਭਾ TV ਹੈ ਇਹ ਕਿਵੇਂ ਆਪੋਜੀਸ਼ਨ ਦੀ ਆਵਾਜ਼ ਨੂੰ ਉਹ ਕਰ ਰਿਹਾ। ਉਹਨਾਂ ਨੇ ਕੱਲ੍ਹ ਦਾ ਇੱਕ ਡਾਟਾ ਦਿੱਤਾ ਹੈ ਜਿਹੜਾ ਐਕਸਪ੍ਰੈਸ ਨੇ ਕਿ 45 ਮਿੰਟ ਦਾ ਇੱਕ, ਕਿ ਜਦੋਂ ਤੱਕ ਉਹ ਸੈਸ਼ਨ ਚੱਲਿਆ ਫਿਰ ਉੱਠਣ ਤੋਂ ਪਹਿਲਾਂ ਕੇਵਲ 72 ਸੈਕਿੰਡ ਜਿਹੜਾ ਆਪੋਜੀਸ਼ਨ ਦੀ ਗੱਲ ਦੇ ਉੱਤੇ ਉਹ ਫਿਲਮਾਇਆ ਗਿਆ, ਬਾਕੀ ਤੇ ਨਹੀਂ ਫਿਲਮਾਇਆ ਜਾ ਰਿਹਾ ਵੀ ਸਾਡੀ ਗੱਲ ਨਹੀਂ ਜਾ ਰਹੀ। ਤਾਂ ਕਿਉਂ ਨਾ ਹੁਣ ਜੁੜੀ ਹੋਈ ਜਿਹੜੀ ਸਾਂਝੀ ਆਪੋਜੀਸ਼ਨ ਹੈ ਉਹ ਐਸੇ ਹਫ਼ਤੇ ਕੇਂਦਰ ਦੀ ਸਰਕਾਰ ਦੇ ਖਿਲਾਫ ਨੋ ਕੌਨਫੀਡੈਂਸ ਮੋਸ਼ਨ ਲਿਆਵੇ, ਬੇਭਰੋਸਗੀ ਦਾ ਮਤਾ। ਇਹਦੇ ਤੋਂ ਇੱਕ ਗੱਲ ਸਾਬਤ ਹੁੰਦੀ ਹੈ ਕਿ ਇਹਦਾ ਮਤਲਬ ਕਿਸਾਨ ਜਿਹੜੇ ਸਟੈਪ ਉਠਾ ਰਹੇ ਨੇ ਉਹਦੇ ਪਿੱਛੇ ਸਿਆਸਤ ਚੱਲ ਰਹੀ ਹੈ। ਅੱਜ ਜਿਹੜਾ ਉੱਥੇ ਫੈਸਲਾ ਹੋਇਆ ਕਿ ਜੇ ਬੇਭਰੋਸਗੀ ਦਾ ਮਤਾ ਕਦੇ ਵੀ ਆਉਂਦਾ ਹੈ ਉੱਥੇ ਚਰਚਾ ਹੁੰਦੀ ਹੈ, ਗੌਰਮੈਂਟ ਦੀਆਂ ਨਾਕਾਮੀਆਂ, ਗੌਰਮੈਂਟ ਆਪਣੀ ਗੱਲ ਦੱਸਦੀ ਹੈ ਕਿ ਅਸੀਂ ਕਿਵੇਂ ਠੀਕ ਹਾਂ, ਅਤੇ ਲਾਸਟ ਦੇ ਵਿੱਚ ਜੇਕਰ ਨੰਬਰ ਉਹਦੇ ਕੋਲ ਘਟ ਜਾਣ ਤਾਂ ਗੌਰਮੈਂਟ ਡਿੱਗ ਜਾਂਦੀ ਹੈ। BJP ਦੀ 13 ਦਿਨ ਦੇ ਬਾਅਦ ਵੀ ਗੌਰਮੈਂਟ ਡਿੱਗੀ, ਅਟਲ ਬਿਹਾਰੀ ਵਾਜਪਾਈ ਦੀ 13 ਮਹੀਨਿਆਂ ਬਾਅਦ ਵੀ ਡਿੱਗੀ ਉਹਨਾਂ ਹੀ ਅਟਲ ਬਿਹਾਰੀ ਵਾਜਪਾਈ ਦੀ, ਅਤੇ ਉਸ ਤੋਂ ਬਾਅਦ ਮੈਜੋਰਟੀ ਜਿਹੜੀ ਰਹੀ ਫਿਰ ਨਹੀਂ ਉਸ ਲੈਵਲ 'ਤੇ ਡਿੱਗੀ। ਮਤਲਬ ਬੇਭਰੋਸਗੀ ਦੇ ਮਤੇ ਦਾ ਇਹ ਸੰਸਦ ਦੇ ਅੰਦਰ ਦਾ ਲਾਭ ਇਹ ਹੁੰਦਾ ਕਿ ਤੁਸੀਂ ਕਹਿੰਦੇ ਹੋ ਕਿ ਦੇਸ਼ ਤੁਹਾਡੇ 'ਚੋਂ ਆਪਣਾ ਭਰੋਸਾ ਵਾਪਸ ਲੈਂਦਾ, ਇਸ ਲਈ ਬੇਭਰੋਸਗੀ ਪੈਦਾ ਕਰਦਾ, ਤੁਹਾਨੂੰ ਇਸ ਸੱਤਾ 'ਤੇ ਰਹਿਣ ਦਾ ਕੋਈ ਹੱਕ ਨਹੀਂ ਹੈ, ਹੁਣ ਤੁਸੀਂ ਸੱਤਾ ਤੋਂ ਜਾਓ, ਤੁਹਾਡੇ ਖਿਲਾਫ ਵੋਟਿੰਗ ਪੈ ਰਹੀ ਹੈ। ਪਰ ਹੁਣ ਦੂਜੀ ਗੱਲ ਇਹ ਹੈ ਕਿ ਅੱਜ ਦੇ ਦੌਰ ਦੇ ਵਿੱਚ ਸਾਡੀਆਂ ਪਾਰਟੀਆਂ 'ਚ ਕੀ ਹੋ ਗਿਆ, ਪਾਰਟੀਆਂ ਦੇ ਵਿੱਚ ਵਿਪ ਜਾਰੀ ਹੋਣ ਲੱਗ ਗਿਆ, ਦਲ ਬਦਲੀ ਵਿਰੋਧੀ ਕਾਨੂੰਨ ਸਖਤ ਬਣ ਗਿਆ। ਹੁਣ ਜਿਹੜੇ ਵੀ ਬੰਦੇ ਜੇ ਵੋਟਿੰਗ ਹੋ ਵੀ ਜਾਂਦੀ ਹੈ ਉਹ ਆਪਣੀ ਸਰਕਾਰ ਦੇ ਖਿਲਾਫ ਵੀ ਹੋਣ, ਪਰ ਉਹ ਵੋਟ ਖਿਲਾਫ ਨਹੀਂ ਪਾ ਸਕਦੇ ਕਿਉਂਕਿ ਉਹਨਾਂ ਨੂੰ ਆਪਣੀ ਮੈਂਬਰੀ ਜਾਣ ਦਾ ਖਤਰਾ ਹੈ। ਇਸੇ ਕਰਕੇ ਸਰਕਾਰਾਂ ਨੂੰ ਹੁਣ ਬੇਭਰੋਸਗੀ ਦੇ ਮਤੇ ਤੋਂ ਉਨਾ ਡਰ ਨਹੀਂ ਲੱਗਦਾ ਜਿੰਨਾ ਡਰ ਕਿਸੇ ਸਮੇਂ ਹੁੰਦਾ ਸੀ ਕਿ ਬੰਦੇ ਬਾਗੀ ਹੋ ਕੇ ਪਲਟ ਜਾਣਗੇ, ਦੂਜੇ ਪਾਸੇ ਵੋਟ ਦੇ ਦੇਣਗੇ। ਤਾਂ ਹੁਣ ਅਗਲਾ ਸਵਾਲ ਇਹ ਹੈ ਪੈਦਾ ਹੁੰਦਾ, ਫਿਰ ਜੇ ਉੱਥੇ ਬੇਭਰੋਸਗੀ ਦਾ ਮਤਾ ਪਾਸ ਨਹੀਂ ਹੁੰਦਾ ਤਾਂ ਇਹ ਮਤਵਾਜੀ ਸੰਸਦ ਜਿਹੜੀ ਹੈ ਇਹਦਾ ਇਹ ਕਹਿਣਾ ਇਹ ਉਸੇ ਦੀ ਕੜੀ ਦਾ ਇੱਕ ਹਿੱਸਾ ਹੈ। ਜਦੋਂ ਉਹਨਾਂ ਨੇ ਵੋਟਰ 'ਚ ਵਿਪ ਜਾਰੀ ਕੀਤਾ ਕਿ ਹੁਣ ਵਿਪ ਪਾਰਟੀ ਦਾ ਨਹੀਂ ਹੁਣ ਵੋਟਰ ਦਾ ਚੱਲੇਗਾ, ਜਦੋਂ ਉਹਨੇ ਮਤਵਾਜੀ ਸੰਸਦ ਲਾਈ, ਇਸੇ ਤਰ੍ਹਾਂ ਹੁਣ ਬੇਭਰੋਸਗੀ ਦਾ ਮਤਾ ਵੀ ਕਿ ਭਾਰਤ ਦੇ ਲੋਕ ਤੁਹਾਡੇ 'ਚ ਬੇਭਰੋਸਗੀ ਪੈਦਾ ਕਰਦੇ ਨੇ ਕਿਉਂਕਿ ਤੁਸੀਂ ਨਾ ਕਿਸਾਨਾਂ ਦੀ ਸੁਣਦੇ ਹੋ,
ਨਾ ਜਿੰਨੀ ਮਹਿੰਗਾਈ ਵੱਧ ਰਹੀ ਹੈ GST ਤੇਲ ਜਾਂ ਬਾਕੀ ਦੀਆਂ ਚੀਜ਼ਾਂ ਦੇ ਵਿੱਚ, ਉਹ ਆਮ ਲੋਕਾਂ ਦਾ ਲੱਕ ਤੋੜ ਰਹੀ ਹੈ। ਨਾ ਤੁਸੀਂ ਉਹਦੇ ਤੇ ਕੋਈ ਸਵਾਲ ਉਠਾ ਰਹੇ ਹੋ, ਨਾ ਬਿਆਨ ਦੇ ਰਹੇ ਹੋ। ਤੇ ਫਿਰ ਤੁਸੀਂ ਜਾਸੂਸੀ ਦਾ ਮਾਮਲੇ 'ਚ, ਪੈਗਾਸਸ ਦੇ ਮਾਮਲੇ ਦੇ ਵਿੱਚ, ਇਹਦੇ ਤੇ ਵੀ ਕਿਸੇ ਦੀ ਸੁਣਵਾਈ ਨਹੀਂ ਕਰ ਰਹੇ, ਕੋਈ ਜਾਂਚ ਨਹੀਂ ਕਰਾ ਰਹੇ। ਤਮਾਮ ਮਾਮਲਿਆਂ 'ਚ ਤੁਸੀਂ ਰੁਜ਼ਗਾਰ ਦੇਣ ਦੇ ਵਿੱਚ ਅਸਫਲ ਸਾਬਤ ਹੋਏ ਹੋ। ਤੁਸੀਂ ਕਰੋਨਾ ਨਾਲ ਨਜਿੱਠਣ ਦੇ ਵਿੱਚ ਅਸਫਲ ਸਾਬਤ ਹੋਏ ਹੋ। ਇੰਨੀਆਂ ਗੱਲਾਂ ਦਾ ਦੌਰ ਜਿਹੜਾ ਡਿਸਕਸ਼ਨ ਤੋਂ ਬਾਅਦ ਇਹ ਸਾਬਤ ਹੋਇਆ ਕਿ ਤੁਸੀਂ ਲੋਕਾਂ ਦਾ ਭਰੋਸਾ ਗਵਾ ਚੁੱਕੇ ਹੋ, ਤੁਸੀਂ ਸਰਕਾਰ ਚਲਾਉਣ ਦੇ ਕਾਬਿਲ ਨਹੀਂ ਹੋ। ਇਹ ਮਤਾ ਲਿਆਂਦਾ ਗਿਆ ਹੈ ਦੇਸ਼ ਦੇ ਲੋਕਾਂ ਦੀ ਤਰਫੋਂ, ਤੇ ਇਸੇ ਚੋਂ ਹੀ ਨਵੇਂ ਨਾਅਰੇ ਪੈਦਾ ਹੋਣਗੇ, ਇਸੇ ਚੋਂ ਨਵੀਂ ਸਿਆਸਤ ਪੈਦਾ ਹੋਏਗੀ। ਜਦੋਂ ਕਿਸੇ ਸਰਕਾਰ ਦੇ ਖਿਲਾਫ ਐਲਾਨ ਹੋ ਜੇ ਲੋਕਾਂ ਵੱਲੋਂ ਕਿ ਤੁਹਾਡੇ 'ਚ ਭਰੋਸਾ ਨਹੀਂ ਹੈ ਤਾਂ ਸਰਕਾਰ ਤੇ ਇੱਕ ਦੋਸ਼ ਲੱਗਦਾ ਹੈ ਕਿ ਤੁਸੀਂ ਕਾਨੂੰਨੀ ਤੌਰ ਤੇ ਤਾਂ ਚਾਹੇ ਬਣੇ ਹੈਗੇ ਹੋ, ਪਰ ਅਖਲਾਕੀ ਤੌਰ ਤੇ ਤੁਹਾਡਾ ਇਸ ਸੱਤਾ ਤੇ ਬੈਠਣ ਦਾ ਜਿਹੜਾ ਕੰਮ ਹੈ ਉਹ ਖਤਮ ਹੋ ਗਿਆ। ਲੋਕਾਂ ਨੇ ਮਨੋਂ ਤੁਹਾਨੂੰ ਉਤਾਰਤਾ। ਉਹਦੇ 'ਚੋਂ ਫਿਰ ਗੱਦੀ ਛੱਡੋ ਦੇ ਨਾਅਰੇ ਤੇ ਬਾਕੀ ਦੇ ਨਾਅਰੇ ਪੈਦਾ ਹੁੰਦੇ ਨੇ। ਜੀ ਹਮੀਰ ਜੀ, ਜਿਵੇਂ ਤੁਸੀਂ ਦੱਸਿਆ ਵੀ ਕਿ ਇਹੋ ਜਿਹੇ ਅੰਦੋਲਨਾਂ ਵਿੱਚ ਜਿਹੜੇ ਹੈਗੇ ਕਈ ਨਵੇਂ ਨਾਅਰੇ ਵੀ ਜਿਹੜੇ ਹੈਗੇ ਪੈਦਾ ਹੁੰਦੇ ਨੇ ਤੇ ਨਾਅਰੇ ਲੱਗ ਵੀ ਰਹੇ ਨੇ। ਇਸੇ ਦੌਰਾਨ ਇੱਕ ਨਾਅਰਾ ਲੱਗ ਰਿਹਾ, ਮੋਦੀ ਗੱਦੀ ਛੱਡੋ ਤੇ ਕਾਰਪੋਰੇਟ ਖੇਤੀ ਛੱਡੋ। ਅਸੀਂ ਜਾਣਨਾ ਚਾਹਾਂਗੇ ਇਸ ਨਾਅਰੇ ਦੇ ਪਿੱਛੇ ਜੇ ਅੰਦੋਲਨ ਦੀ ਨਜ਼ਰ ਤੋਂ ਦੇਖੀਏ ਤਾਂ ਕੀ ਮਾਇਨੇ, ਤੇ ਜੇ ਸਿਆਸੀ ਤੌਰ ਤੇ ਦੇਖੀਏ ਤਾਂ ਇਸ ਨਾਅਰੇ ਦੇ ਜਿਹੜਾ ਕੀ ਅਸਰ ਜਿਹੜਾ ਹੈਗਾ ਸਮਾਜ ਤੇ ਦੇਖਣ ਨੂੰ ਮਿਲੇਗਾ? ਇਹ ਅੰਦੋਲਨ ਦਾ ਹੀ ਨਾਅਰਾ ਹੈ ਅਸਲ 'ਚ। ਅੰਦੋਲਨ ਦਾ ਨਾਅਰੇ ਨੇ ਇੱਕ ਨਾਅਰਾ ਇਹ ਹੈ ਜਿਹੜਾ ਅੱਜ ਬੇਭਰੋਸਗੀ ਤੋਂ ਬਾਅਦ ਸਾਰਥਕ ਹੁੰਦਾ ਹੈ। ਬੇਭਰੋਸਗੀ ਤੋਂ ਬਾਅਦ ਐਲਾਨੇ ਜੰਗ ਇੱਕ ਟਾਈਪ ਦਾ ਹੁੰਦਾ ਕਿ ਤੁਸੀਂ ਗੱਦੀ ਛੱਡ, ਮੋਦੀ ਨੂੰ ਕਿਹਾ ਗਿਆ ਕਿ ਤੇਰੇ 'ਚ ਬੇਭਰੋਸਗੀ ਪ੍ਰਗਟ ਕਰਦੇ ਹਾਂ, ਇਸ ਲਈ ਗੱਦੀ ਛੱਡੋ। ਕਾਰਪੋਰੇਟ ਸਾਡੀ ਖੇਤੀ ਤੇ ਕਬਜ਼ਾ ਕਰਨਾ ਚਾਹੁੰਦਾ ਹੈ, ਉਹਦੇ ਖਿਲਾਫ ਅਸੀਂ ਚਾਹੁੰਦੇ ਹਾਂ ਕਿ ਉਹ ਖੇਤੀ ਤੋਂ ਬਾਹਰ ਰਹੇ, ਨਹੀਂ ਤਾਂ ਲੜਾਈ ਜਾਰੀ ਰਹੂਗੀ। ਨਾਲ ਦੀ ਨਾਲ ਇੱਕ ਹੋਰ ਸਲੋਗਨ ਵੀ ਦਿੱਤਾ ਗਿਆ ਕਿ ਕਾਰਪੋਰੇਟੋ ਭਾਰਤ ਛੱਡੋ। ਇਹ ਵੀ ਨਾਲ ਇੱਕ ਗੱਲ ਹੈ ਕਿ ਤੁਸੀਂ ਦੇਸ਼ ਤੋਂ ਵੀ ਮਤਲਬ ਮਾਰੋ। ਹੁਣ ਇਹਦਾ ਮਾਨਾ ਕੀ ਹੈ? ਇਹਦਾ ਮਾਨਾ ਇਹ ਹੈ ਅਸਲ ਦੇ ਵਿੱਚ ਕਿ ਕਿਸਾਨ ਸੰਯੁਕਤ ਕਿਸਾਨ ਮੋਰਚੇ ਦੀ ਆਗੂ ਟੀਮ ਨੇ ਇੱਕ ਨਿਰਣਾਇਕ ਫੈਸਲਾ ਲੈ ਲਿਆ। ਉਹ ਫੈਸਲਾ ਇਸ ਗੱਲ ਦੀ ਦਾਅਵੇਦਾਰੀ ਕਰਦਾ ਹੈ ਕਿ ਜੇ ਤਾਂ ਦੇਸ਼ 'ਚ ਅੰਦੋਲਨ, ਆਮ ਲੋਕ, ਮੱਧ ਵਰਗ, ਹਰ ਵਰਗ ਦੇ ਲੋਕ ਵੱਡੀ ਪੱਧਰ ਤੇ ਉੱਠਦੇ ਨੇ, ਵਿਆਪਕ ਪੱਧਰ ਤੇ, ਤਾਂ ਨਰਿੰਦਰ ਮੋਦੀ ਨੂੰ 24 ਤੋਂ ਪਹਿਲਾਂ ਅਸਤੀਫਾ ਦੇਣ ਲਈ ਮਜਬੂਰ ਕਰਨਾ ਹੈ। ਇੱਕ ਤਾਂ ਅੰਦੋਲਨ ਦਾ ਸਾਈਜ਼ ਵਧਾਉਣ ਦੀ, ਤੇ ਜੇ ਨਹੀਂ 24 ਤੱਕ ਹੁੰਦਾ ਤਾਂ 24 'ਚ ਇਹਦਾ ਮਤਲਬ ਅੰਦੋਲਨ 24 ਤੱਕ ਵੀ ਵਿਸਤਾਰ ਲੈਂਦਾ ਰਹੂਗਾ ਤੇ 24 'ਚ ਹਰਾਉਣਾ ਹੈ। ਹੈ ਨਾ? ਇੱਕ ਤਾਂ ਇਹ ਵੱਡੀ ਸਿਆਸਤ ਦਾ ਹਿੱਸਾ ਹੈ ਉਸ ਪੱਖ ਤੋਂ। ਤੇ ਅਗਲੀ ਗੱਲ, ਇਸ ਅੰਦੋਲਨ ਦਾ ਦੂਜਾ ਮਾਨਾ ਇਹ ਹੈ ਕਿ ਹੁਣ ਇਹ ਅੰਦੋਲਨ ਦਾ ਦਾਇਰਾ ਜਾਂ ਇਹ ਅੰਦੋਲਨ ਦੀ ਰਣਨੀਤੀ ਕੇਵਲ 3 ਖੇਤੀ ਕਾਨੂੰਨ ਵਾਪਸ ਕਰਾਉਣਾ ਤੇ ਘੱਟੋ ਘੱਟ ਸਮਰਥਨ ਮੁੱਲ ਤੇ ਖਰੀਦ ਦੀ ਗਰੰਟੀ ਲੈਣਾ ਨਹੀਂ ਹੈ। ਉਹ ਤਾਂ ਹੈਗਾ ਹੀ ਹੈਗਾ। ਜੇ ਉਹ ਨਹੀਂ ਮੰਨਦੇ ਜਾਂ ਜਿਸ ਲੈਵਲ ਤੇ ਨਹੀਂ ਮੰਨਦੇ, ਜਾਂ ਮੰਨ ਵੀ ਲੈਣ, ਮੇਰਾ ਖਿਆਲ ਹੈ, ਤੇ ਇਹ ਨਾਅਰਾ ਇਹ ਮਤਲਬ ਸੁਝਾਅ ਦਿੰਦਾ ਹੈ ਜਾਂ ਉਧਰ ਨੂੰ ਲੈ ਕੇ ਚੱਲਦਾ ਹੈ, ਉਹ ਦਿਸ਼ਾ ਦਿੰਦਾ ਹੈ ਕਿ ਇਹ ਕਾਰਪੋਰੇਟ ਨੂੰ ਖੇਤੀ 'ਚੋਂ ਬਾਹਰ ਰੱਖਣ, ਕੱਢਣ ਜਾਂ ਦੇਸ਼ 'ਚੋਂ ਬਾਹਰ ਕੱਢਣ ਦੇ, ਜਾਂ ਕਾਰਪੋਰੇਟ ਦਾ ਜਿਹੜਾ ਵਿਕਾਸ ਦਾ ਮਾਡਲ ਹੈ ਉਹਨੂੰ ਚੁਣੌਤੀ ਦੇਣ ਤੱਕ, ਜਿੰਨਾ ਚਿਰ ਉਹਨੂੰ ਚੁਣੌਤੀ ਪੂਰੀ ਤਰ੍ਹਾਂ ਅੰਜਾਮ 'ਚ ਨਹੀਂ ਬਦਲ ਜਾਂਦੀ, ਉਹਨਾਂ ਚਿਰ ਤੱਕ ਇਹ ਸੰਘਰਸ਼ ਜਾਰੀ ਰੱਖਣ ਦਾ ਪਰਨ ਹੈ, ਇੱਕ ਟਾਈਪ ਦਾ ਰੁਤਬਾ ਹੈ। ਔਰ ਇਹਦਾ ਮਤਲਬ ਇਹ ਹੈ ਕਿ ਇਹ ਸੰਘਰਸ਼ ਜਿੱਥੋਂ ਸ਼ੁਰੂ ਹੋਇਆ ਸੀ ਉੱਥੋਂ ਹੁਣ ਇਹਦੀ ਸਮਝ ਦੇ ਪੱਖ ਤੋਂ ਵੀ, ਇਹਦੀ ਦ੍ਰਿੜਤਾ ਦੇ ਪੱਖ ਤੋਂ ਵੀ, ਇਹਦੇ ਨਾਅਰਿਆਂ ਦੇ ਪੱਖ ਤੋਂ ਵੀ ਉਹ ਐਵੋਲਿਊਟ ਹੋ ਰਿਹਾ ਹੈ। ਮਤਲਬ ਸਹਿਜ ਵਿਕਾਸ ਦੇ ਨਾਲ ਅੱਗੇ ਕਦਮ ਦਰ ਕਦਮ ਅੱਗੇ ਜਿਹੜੀਆਂ ਚੀਜ਼ਾਂ ਵੱਧਦੀਆਂ ਜਾ ਰਹੀਆਂ ਨੇ। ਔਰ ਇਹ ਨਾਅਰਾ ਇਹ ਕਿਉਂ ਆ ਰਿਹਾ ਹੈ? ਉਹ ਇਸ ਖਲਾਅ 'ਚੋਂ ਆ ਰਿਹਾ ਹੈ ਕਿਉਂਕਿ ਸਾਡੀ ਟੋਟਲ ਸਿਆਸਤ ਜਿਹੜੀ ਹੈ, ਵਿਰੋਧੀ ਧਿਰ ਦੀ ਸਿਆਸਤ ਵੀ ਹੈ, ਉਹ ਵੀ ਫਲॉप ਨਜ਼ਰ ਆਈ ਹੈ। ਨਹੀਂ ਤਾਂ ਜਦੋਂ ਦਾ ਕਿਸਾਨ ਅੰਦੋਲਨ ਚੱਲਦਾ ਹੈ, ਜਿੰਨੀ ਦੇਰ ਦੀ ਇਹ ਮਹਿੰਗਾਈ ਵੱਧ ਰਹੀ ਹੈ ਤੇ ਬਿਲਕੁਲ ਹੀ ਲੋਕਾਂ ਦਾ ਬੁਰਾ ਹਾਲ ਹੈ। ਜਿੰਨਾ ਬੁਰਾ ਹਾਲ ਗੰਗਾ 'ਚ ਲਾਸ਼ਾਂ ਤਰਦੀਆਂ ਦੇਖ ਕੇ, ਲੋਕਾਂ ਨੂੰ ਆਕਸੀਜਨ ਨਾ ਹੋਣ ਦੇ ਕਰਦੇ ਮਰਦੇ ਦੇਖ ਕੇ ਦੇਖਿਆ ਗਿਆ, ਤੇ ਆਪੋਜੀਸ਼ਨ ਇਹ ਹਿੰਮਤ ਨਹੀਂ ਪੈਦਾ ਕਰ ਸਕੀ ਇਹ ਨਾਅਰਾ ਦੇਣ ਦੀ ਕਿ ਮੋਦੀ ਗੱਦੀ ਛੱਡੋ, ਜਿਹੜੀ ਪੋਲੀਟੀਕਲ ਧਿਰ ਹੈ। ਤੇ ਇਹੀ ਇੱਕ ਖਲਾਅ ਹੈ ਅਸਲ 'ਚ, ਸਾਡੀ ਸਿਆਸਤ ਦਾ ਖਲਾਅ ਜਿਹੜਾ ਹੈ। ਹੁਣ ਇਸ ਖਲਾਅ ਨੂੰ ਆਪੋਜੀਸ਼ਨ ਭਰਨਾ ਚਾਹੁੰਦੀ ਹੈ ਤਾਂ ਉਹਨੂੰ ਕਿਸਾਨਾਂ ਦੇ ਨਾਅਰੇ ਨੂੰ ਫੜਨਾ ਪਊਗਾ, ਤੇ ਜੋ ਨਹੀਂ ਭਰਨਾ ਚਾਹੁੰਦੀ ਤਾਂ ਦੇਸ਼ ਦੇ ਲੋਕਾਂ ਨੂੰ ਕੋਈ ਨਵੀਂ ਸਿਆਸਤ, ਨਵੇਂ ਬਦਲ ਬਾਰੇ ਸੋਚਣਾ ਪਏਗਾ। ਇਹ ਇਹਨਾਂ ਨਾਅਰਿਆਂ ਦੀ ਗਹਿਰਾਈ ਹੈ, ਇਹਨਾਂ ਨਾਅਰਿਆਂ ਦਾ ਅੰਦਰਲਾ ਮਤਲਬ ਅਗਲਾ ਭਵਿੱਖ ਦਾ ਇੱਕ ਉਦੇਸ਼ ਹੈ, ਇੱਕ ਭਵਿੱਖ ਦੀ ਰਣਨੀਤੀ ਹੈ, ਜਿਹਦਾ ਬਹੁਤ ਵੱਡਾ ਵਿਆਪਕ ਅਸਰ ਦੇਸ਼ ਦੇ ਵਿੱਚ, ਵਿਦੇਸ਼ ਦੇ ਵਿੱਚ ਪਹਿਲਾਂ ਅੰਦੋਲਨ ਦਾ ਹੀ ਪੈ ਰਿਹਾ, ਔਰ ਇਹਦਾ ਸਿਆਸੀ ਅਸਰ ਵੀ ਪੈਣਾ, ਇਹਦਾ ਆਰਥਿਕ ਅਸਰ ਵੀ ਪੈਣਾ, ਇਹਦਾ ਸਮਾਜਿਕ ਤੇ ਸੱਭਿਆਚਾਰਕ ਅਸਰ ਵੀ ਪੈਣਾ।
ਹਮੀਰ ਜੀ, ਅੱਜ ਭਾਰਤ ਦੇਸ਼ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਬੈਠੇ ਲੋਕ ਜਿਹੜੇ ਨੇ ਮੋਦੀ ਸਰਕਾਰ ਦੀ ਖਿਲਾਫਤ ਕਰ ਰਹੇ ਨੇ, ਮੋਦੀ ਸਰਕਾਰ ਦੇ ਖਿਲਾਫ ਆਵਾਜ਼ ਚੁੱਕ ਰਹੇ ਨੇ। ਅਸੀਂ ਜਾਣਨਾ ਚਾਹਾਂਗੇ ਇਸ ਸਮੇਂ ਦੇ ਵਿੱਚ ਜਿਹੜੀ ਵਿਰੋਧੀ ਧਿਰਾਂ ਉਹ ਕਿਸ ਤਰ੍ਹਾਂ ਦੀ ਭੂਮਿਕਾ ਨਿਭਾ ਰਹੀਆਂ ਨੇ, ਜਾਂ ਉਹਨਾਂ ਨੂੰ ਕਿਸ ਤਰ੍ਹਾਂ ਹੀ ਜਿਹੜਾ ਹੈਗਾ ਕਾਰਗੁਜ਼ਾਰੀ ਦਿਖਾਣੀ ਚਾਹੀਦੀ ਹੈ। ਔਰ ਮੈਨੂੰ ਲੱਗਦਾ ਵੀ ਬੜੀ ਦੇਰ ਤੋਂ ਮਤਲਬ ਬੜੇ ਸਾਲਾਂ ਬਾਅਦ ਇੱਕ ਇਹੋ ਜਿਹਾ ਮੌਕਾ ਹੈ ਜਦੋਂ ਵਿਰੋਧੀ ਧਿਰ ਜਿਹੜੇ ਰੋਲ 'ਚ ਹੋਣੀ ਚਾਹੀਦੀ ਆ ਪੋਲੀਟੀਕਲੀ, ਉਸ ਰੋਲ 'ਚ ਨਹੀਂ ਹੈ। ਤੇ ਇਹ ਕਿਸਾਨ ਅੰਦੋਲਨ ਦੇ ਪਿੱਛੇ ਪਿੱਛੇ ਚੱਲਦੀ ਨਜ਼ਰ ਆ ਰਹੀ ਹੈ ਜੀ। ਕਿਉਂਕਿ ਪਹਿਲਾਂ ਕਿਸਾਨ ਅੰਦੋਲਨ ਨੇ ਬੰਦ ਦਾ ਸੱਦਾ ਦਿੱਤਾ, ਸਾਰੀਆਂ 12 ਪਾਰਟੀਆਂ ਨੇ ਕਿਹਾ ਅਸੀਂ ਵੀ ਬੰਦ ਦੇ ਹਮਾਇਤੀ ਹਾਂ। ਫਿਰ ਕਿਸਾਨ ਅੰਦੋਲਨ ਨੇ ਵੋਟਰਜ਼ ਵਿਪ ਦੀ ਫੈਸਲਾ ਕੀਤਾ ਤੇ ਸਾਰਿਆਂ ਨੇ ਅੰਦਰ ਰੌਲਾ ਪਾਉਂਦੇ ਰਹੇ। ਤੇ 2-3 ਮੋਢੇ ਇਸ਼ੂ ਤੇ ਕਿਸਾਨੀ ਇਸ਼ੂ ਵੀ ਸੀ। ਇਹਨਾਂ ਨੇ ਕਿਹਾ ਬਾਹਰ ਨਹੀਂ ਆਉਣਾ, ਅੰਦਰ ਹੀ ਰਹਿਣਾ, ਤੇ ਅੰਦਰੇ ਨੇ ਉਹ ਤੇ ਆਪਣਾ ਰੌਲਾ ਪਾ ਰਹੇ ਨੇ ਤਾਂ ਕਿ ਇਹ ਦਿਖਾਉਣ ਦੇ ਲਈ ਕਿ ਅਸੀਂ ਤੁਹਾਡੇ ਨਾਲ ਹਾਂ ਤੇ ਕੋਈ ਇਹੋ ਜਿਹੀ ਗੱਲ ਨਹੀਂ। ਫਿਰ ਜਦੋਂ ਕਿਸਾਨ ਦੀ ਮਤਵਾਜੀ ਸੰਸਦ ਚੱਲ ਰਹੀ ਹੈ, ਇੱਥੇ ਆਪੋਜੀਸ਼ਨ ਦੇ ਲੀਡਰ ਜਿਹੜੇ ਕਾਂਗਰਸ ਦੇ ਰਾਹੁਲ ਗਾਂਧੀ ਦੀ ਅਗਵਾਈ 'ਚ ਵੀ ਸਾਰੀ ਆਪੋਜੀਸ਼ਨ ਇਕੱਠੀ ਆਈ ਤੇ ਬਾਕੀ ਉਹ ਦਰਸ਼ਕ ਗੈਲਰੀ 'ਚ ਬੈਠ ਕੇ ਉਹਨਾਂ ਦੀਆਂ ਸਪੀਚਾਂ ਸੁਣ ਕੇ ਜਾਂਦੇ ਨੇ। ਇਹ ਵੀ ਇੱਕ ਆਪਣੇ ਲੈਵਲ ਦੀ ਵਿਲੱਖਣ ਚੀਜ਼ ਹੈ ਕਿ ਆਪੋਜੀਸ਼ਨ ਦੇ ਲੀਡਰ ਉੱਥੇ ਸੁਣ ਰਹੇ ਨੇ ਬੈਠ ਕੇ ਤੁਹਾਨੂੰ, ਤੇ ਤੁਸੀਂ ਕੀ ਗੱਲ ਕਹਿਣਾ ਚਾਹੁੰਦੇ ਹੋ। ਤੇ ਹੁਣ ਨਾਰਾ ਵੀ ਜਿਹੜਾ ਕਿਸਾਨਾਂ ਨੇ ਇਹ ਦਿੱਤਾ ਹੈ ਕਿ ਅੱਗੇ ਨੂੰ ਕਿ ਗੱਦੀ ਛੱਡੋ ਤੇ ਕਾਰਪੋਰੇਟ ਦਾ, ਮਤਲਬ ਇੱਕ ਟ੍ਰੈਂਡ ਤੈਅ ਹੋ ਚੁੱਕਾ ਹੈ ਕਿ ਦੇਸ਼ ਦੇ ਵਿੱਚ ਆਉਣ ਵਾਲੀ ਲੜਾਈ, ਆਉਣ ਵਾਲੀ ਪੋਲੀਟੀਕਲ ਫਾਈਟ ਵੀ ਜਿਹੜੀ ਹੈ ਉਹ ਕਾਰਪੋਰੇਟ ਪੱਖੀ ਤੇ ਕਾਰਪੋਰੇਟ ਵਿਰੋਧੀਆਂ ਦੇ ਵਿੱਚ ਹੋਣੀ ਹੈ। ਆਉਣ ਵਾਲੀ ਲੜਾਈ ਸੈਂਟਰਲਵਾਦੀ, ਕੇਂਦਰਵਾਦੀ ਲੋਕਾਂ ਤੇ ਫੈਡਰਲਿਜ਼ਮ ਵਾਦੀ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਹੋਣੀ ਹੈ। ਆਉਣ ਵਾਲੀ ਲੜਾਈ ਲੋਕਾਂ ਦੀ ਆਵਾਜ਼ ਸੁਣਨ ਵਾਲੀ ਦੀ ਧਿਰ 'ਚ ਤੇ ਨਾ ਸੁਣਨ ਵਾਲੀ ਧਿਰ ਦੇ ਵਿੱਚ ਹੋਣੀ ਹੈ ਤੇ ਆਪੋਜੀਸ਼ਨ ਉਸ ਪਾਸੇ ਵੱਲ ਜਾਂਦੀ ਪ੍ਰਤੀਤ ਹੋਏਗੀ। ਪਰ ਸਵਾਲ ਇਹ ਪੈਦਾ ਹੁੰਦਾ ਕਿ ਆਪੋਜੀਸ਼ਨ ਸਾਹਮਣੇ ਜਿਹੜੇ ਸੰਕਟ ਖੜੇ ਨੇ, ਜਿਹੜੇ ਉਹਨਾਂ ਨੂੰ ਇਕੱਠਾ ਆਪਣਾ ਰੋਲ ਨਹੀਂ ਨਿਭਾਉਣ ਦੇ ਰਹੇ, ਉਹਨਾਂ ਤੋਂ ਕਿਵੇਂ ਪਾਰ ਪਾਉਣਾ ਹੈ, ਉਹਨਾਂ ਉਲਝਣਾ ਤੋਂ ਕਿਵੇਂ ਅੱਗੇ ਨਿਕਲ ਕੇ ਆਪਣਾ ਰੋਲ ਨਿਭਾਉਣਾ ਹੈ। ਸਭ ਤੋਂ ਪਹਿਲੀ ਗੱਲ ਇਹ ਹੈ ਕਿ ਜਿਵੇਂ ਕਾਂਗਰਸ ਹੈ, ਕਾਂਗਰਸ ਦੀ ਹਿਸਟਰੀ ਹੈ, ਇਤਿਹਾਸ ਦੇ ਵਿੱਚ ਉਹਨੇ ਵੀ ਕੇਂਦਰੀਕ੍ਰਿਤ ਕੀਤਾ ਢਾਂਚਾ ਕਾਫੀ ਹੱਦ ਤੱਕ, ਮਤਲਬ ਫੈਡਰਲਿਜ਼ਮ ਨੂੰ ਕਮਜ਼ੋਰ ਕਰਨ ਦੀ ਭੂਮਿਕਾ ਨਿਭਾਈ ਹੈ। ਦੂਜੀ ਗੱਲ, ਉਹਨੇ ਹੀ ਕਾਰਪੋਰੇਟ ਦੀਆਂ ਪਾਲਿਸੀਆਂ ਨੂੰ, ਨੀਤੀਆਂ ਨੂੰ ਅੱਗੇ ਵਧਾਇਆ। ਡਾਕਟਰ ਮਨਮੋਹਨ ਸਿੰਘ ਤੋਂ ਬਾਅਦ ਲਗਾਤਾਰ ਆ ਜਿਹੜੀ ਉਦਾਰਵਾਦ ਦੀ ਨੀਤੀ, ਜਿਹੜੇ ਬਾਕੀ ਖੁੱਲ੍ਹੇਪਣ ਦੀ ਨੀਤੀ ਜਿਹੜੀ ਉਸ ਲੈਵਲ ਦੀ ਹੈ, ਮਾਰਕੀਟ ਅਰਥ ਵਿਵਸਥਾ ਨੂੰ ਭਾਰੂ ਕਰਨ ਦਾ ਸਵਾਲ ਹੈ ਤੇ ਇਸ ਪਾਸੇ ਵੱਲ ਕਾਂਗਰਸ ਵੀ ਜਾਂਦੀ ਹੈ। ਤੇ ਇਹਨਾਂ ਹੀ ਗੱਲਾਂ ਦੇ ਇਰਦ ਗਿਰਦ ਜਿੰਨੀਆਂ ਚੀਜ਼ਾਂ, ਚਾਹੇ ਉਹ ਯੂਪੀਏ ਨਾਲ ਜੁੜੀਆਂ ਹੋਈਆਂ ਨੇ ਪਾਰਟੀਆਂ ਨੇ, ਚਾਹੇ ਉਹ ਐਨਡੀਏ ਨਾਲ ਜੁੜੀਆਂ ਹੋਈਆਂ ਨੇ, ਚਾਹੇ ਉਹ ਤੋਂ ਬਿਨਾਂ ਨੇ, ਕਾਫੀ ਵੱਡੀਆਂ ਧਿਰਾਂ ਜਿਹੜੀਆਂ ਖੇਤਰੀ ਤੌਰ ਤੇ ਵੀ ਸੱਤਾ ਦੇ ਵਿੱਚ ਨੇ ਜਾਂ ਪਹਿਲਾਂ ਸੱਤਾ 'ਚ ਰਹੀਆਂ ਨੇ, ਉਹਨਾਂ ਦੀ ਸੁਰ ਵੀ ਕਾਰਪੋਰੇਟ ਮਾਡਲ ਦੇ ਪੱਖ ਤੋਂ ਕਿਤੇ ਨਾ ਕਿਤੇ ਉਸ ਧਿਰ ਨਾਲ ਹੀ ਜੁੜਦੀ ਰਹੀ ਹੈ ਜਿਹੜਾ ਕਾਰਪੋਰੇਟ ਮਾਡਲ ਚਾਹੁੰਦਾ। ਤੇ ਫੈਡਰਲਿਜ਼ਮ ਤੇ ਜਿਹੜੀਆਂ ਵਿਰੋਧੀ ਪਾਰਟੀਆਂ, ਖੇਤਰੀ ਪਾਰਟੀਆਂ ਬੋਲਦੀਆਂ ਸੀ, ਉਹਨਾਂ ਨੇ ਹੱਕ ਆਪਣਾ ਸਰੈਂਡਰ ਕਰਤਾ। ਉਹ ਵੈਸੇ ਹੀ ਗੱਲ ਕਰਨਾ ਬੰਦ ਕਰ ਗਈਆਂ, ਕੇਵਲ ਸੱਤਾ 'ਚ ਹਿੱਸੇਦਾਰ ਰਹਿ ਗਈਆਂ। ਹੁਣ ਇਹ ਬਹੁਤ ਵੱਡੇ ਰੁਕਾਵਟਾਂ ਨੇ ਸਾਹਮਣੇ। ਕੀ ਉਹ ਬਿਲਕੁਲ ਸੱਚੀਓ ਨਵੀਂ ਪੋਲੀਟਿਕਸ ਦੇ ਵਿੱਚ ਆ ਸਕਦੀਆਂ ਨੇ? ਕੀ ਕਾਂਗਰਸ ਔਰ ਬਾਕੀ ਵਿਰੋਧੀ ਪਾਰਟੀਆਂ ਇਹ ਸੋਚ ਕੇ ਕਿ ਹੁਣ ਭਵਿੱਖ ਦੀ ਰਾਜਨੀਤੀ ਪੁਰਾਣੇ ਢਰਰੇ 'ਤੇ ਨਹੀਂ ਚੱਲੇਗੀ, ਉਹਨੂੰ ਬਦਲਣਾ ਪਊਗਾ। ਅਸੀਂ ਫੈਡਰਲ ਸਟਰਕਚਰ 'ਤੇ ਵੀ ਹੱਕ 'ਚ, ਅਸੀਂ ਕਾਰਪੋਰੇਟ 'ਤੇ ਵੀ। ਰਾਹੁਲ ਗਾਂਧੀ ਕਈ ਕਾਰਪੋਰੇਟ ਦੇ ਨਾਂ ਲੈ ਕੇ ਉਹਦੇ ਖਿਲਾਫ ਕਹਿੰਦਾ ਬੜੀਆਂ ਗੱਲਾਂ ਕਿ ਮੋਦੀ ਆਪਣੇ 2 ਪਰਿਵਾਰਾਂ ਨੂੰ, 4 ਬੰਦਿਆਂ ਨੂੰ ਮਤਲਬ ਕਰਨਾ ਚਾਹੁੰਦੇ ਨੇ ਖੁਸ਼, ਬਾਕੀ ਦੇ ਉਹਦਾ ਈਡੀਐਮ ਤੇ ਵਰਤਾਂਤ ਤਾਂ ਬਦਲਦਾ ਦਿਖਾਈ ਦੇ ਰਿਹਾ। ਪਰ ਐਡੀ ਵੱਡੀਆਂ ਪਾਰਟੀਆਂ ਦੇ ਵਿੱਚ ਟੋਟਲ ਖਾਸਾ ਬਦਲ ਜਾਏਗਾ। ਤੁਸੀਂ ਉਧਰ ਨੂੰ ਤੁਰਨ ਤਾਂ ਸਿਆਸੀ ਪਾਰਟੀਆਂ, ਵਿਰੋਧੀ ਸਿਆਸੀ ਪਾਰਟੀਆਂ ਕਾਊਂਟਰ ਕਰ ਸਕਦੀਆਂ ਨੇ ਇਸ ਸੱਤਾਧਾਰੀ ਪਾਰਟੀ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ। ਪਰ ਇਹਦੇ ਤੇ ਅਜੇ ਬਹੁਤ ਹੀ ਇਟਸ ਐਂਡ ਬਟਸ ਨੇ, ਮਤਲਬ ਸਵਾਲ ਨੇ ਕਿ ਕਿੰਨੀਆਂ ਚੱਲਣਗੀਆਂ। ਔਰ ਨਹੀਂ ਤਾਂ ਫਿਰ ਇਹੀ ਹੈ ਕਿ ਜਿਹੜਾ ਸਲੋਗਨ, ਜਿਹੜਾ ਡਾਇਗਨੋਜ਼ ਕਿਸਾਨ ਅੰਦੋਲਨ ਨੇ ਕੀਤਾ ਹੈ ਮੌਜੂਦਾ ਸੰਕਟ ਦਾ, ਉਹ ਕਾਫੀ ਸਟੀਕ ਹੈ ਤੇ ਉਸ ਡਾਇਗਨੋਜ਼ ਦੇ ਮੁਤਾਬਕ ਇਲਾਜ ਕਰਨ ਦੀ ਲੋੜ ਹੈ। ਤੇ ਉਹੀ ਇਲਾਜ ਜਿਹੜਾ ਹੈ ਇਸ ਏਜੰਡੇ ਤੇ ਇੱਕ ਜਨਤਕ ਵੱਡੀ ਮੂਵਮੈਂਟ ਖੜਾ ਕਰਨ ਦੇ ਰਾਹੀਂ ਆਏਗਾ ਤੇ ਉਹ ਮੂਵਮੈਂਟ ਸਰਕਾਰਾਂ ਨੂੰ ਬਦਲਣ ਲਈ ਮਜਬੂਰ ਕਰ ਦੇਗੀ। ਜਿਵੇਂ ਹੁਣ ਆਪੋਜੀਸ਼ਨ ਹੌਲੀ ਹੌਲੀ ਬਦਲ ਰਹੀ ਹੈ ਇਸ ਪ੍ਰੈਸ਼ਰ 'ਚ, ਤੇ ਇਹਨੂੰ ਬਦਲਣਾ ਪਏਗਾ। ਤੇ ਅਜੇ ਉਹ ਆਪੋਜੀਸ਼ਨ ਉਹ ਰੋਲ 'ਚ ਨਹੀਂ ਆਈ ਜਿਹੜੇ ਰੋਲ 'ਚ ਉਹਨੂੰ ਆਉਣਾ ਚਾਹੀਦਾ। ਇਹ ਪੋਲੀਟੀਕਲ ਸਲੋਗਨ ਬਣਨਾ ਚਾਹੀਦਾ। ਇਹ ਪੋਲੀਟੀਕਲ ਸਲੋਗਨ ਹੈ ਹੀ ਹੈ, ਮਤਲਬ ਜਿਹੜਾ ਕਿਸਾਨਾਂ ਨੇ ਦਿੱਤਾ। ਇਦੋਂ ਵੱਡਾ ਪੋਲੀਟੀਕਲ ਸਲੋਗਨ ਹੋਰ ਕੋਈ ਦੇਸ਼ 'ਚ ਅਜੇ ਨਹੀਂ ਹੈ। ਤੇ ਇਸ ਪੋਲੀਟੀਕਲ ਸਲੋਗਨ ਦੇ ਉੱਤੇ ਸਮੁੱਚੀ ਵਿਰੋਧੀ ਧਿਰ ਇਕਜੁੱਟ ਹੋ ਕੇ ਜੇ ਦੇਸ਼ ਵਿਆਪੀ ਮੁਹਿੰਮ ਚਲਾਉਂਦੀ ਹੈ ਤਾਂ ਉਹ ਦੇਸ਼ ਵਿਆਪੀ ਮੁਹਿੰਮ ਇਸ ਨਾਅਰੇ ਨੂੰ ਸਾਰਥਕ ਕਰ ਸਕਦੀ ਹੈ ਤੇ ਮਤਲਬ ਸਰਕਾਰ ਦੇ ਵਿੱਚ ਰਿਪਲੇਸਮੈਂਟ ਤੇ ਪਾਲਿਸੀਆਂ ਦੇ ਵਿੱਚ ਵੀ ਬਦਲ ਜਿਹੜੇ ਆ ਸਕਦਾ ਜੀ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਸਾਨੂੰ ਦੱਸਿਆ
ਵੀ ਕਿ ਵਿਰੋਧੀ ਧਿਰ ਵੱਲੋਂ ਜੋ ਕੰਮ ਕਰਨਾ ਚਾਹੀਦਾ ਉਹ ਭੂਮਿਕਾ ਉਹ ਨਿਭਾਉਣ 'ਚ ਹਲੇ ਅਸਫਲ ਰਹਿ ਰਹੀਆਂ ਨੇ। ਉਹਨਾਂ ਨੂੰ ਸਰਕਾਰ ਦੀ ਨੀਤੀਆਂ ਦੇ ਖਿਲਾਫ ਆਵਾਜ਼ ਚੁੱਕਣੀ ਚਾਹੀਦੀ ਹੈ, ਜਦ ਕਿ ਉਹ ਆਵਾਜ਼ ਅੱਜ ਵਿਰੋਧੀ ਧਿਰ ਦੀ ਥਾਂ 'ਤੇ ਆਮ ਲੋਕਾਂ ਨੂੰ, ਕਿਸਾਨਾਂ ਨੂੰ ਅਤੇ ਵੱਖ-ਵੱਖ ਵਰਗ ਦੇ ਲੋਕਾਂ ਨੂੰ ਇਕਜੁੱਟ ਹੋ ਕੇ ਚੁੱਕਣੀ ਪੈ ਰਹੀ ਹੈ। ਅਤੇ ਵਿਰੋਧੀ ਧਿਰ ਨੂੰ ਇਕਜੁੱਟ ਹੋ ਕੇ ਸਰਕਾਰ ਦੀ ਇਹਨਾਂ ਨੀਤੀਆਂ ਦੇ ਖਿਲਾਫ ਆਵਾਜ਼ ਚੁੱਕਣੀ ਚਾਹੀਦੀ ਹੈ, ਚੁੱਕਣੀ ਪਵੇਗੀ ਤਾਂ ਜੋ ਲੋਕਾਂ ਦਾ ਵਿਕਾਸ ਹੋ ਸਕੇ। ਹੁਣ ਹੋਵੇਗਾ ਕਿ ਇਹ ਤਾਂ ਭਵਿੱਖ ਹੀ ਦੇਖਾਂਗੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।